ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਅੱਜ ਆਪਾਂ ਤੁਹਾਡੇ ਲਈ ਟੈਸਟ ਨੰਬਰ 49 ਦਾ ਪਹਿਲਾ ਪਾਰਟ ਲੈ ਕੇ ਆਏ ਹਾਂ। ਤੇ ਟੈਸਟ ਨੂੰ ਸਟਾਰਟ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕੁਐਸਟ ਹੈ ਕਿ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਆਪਣੇ ਫਰੈਂਡਸ ਨਾਲ ਜਿਹੜੇ ਵੀ ਇੰਗਲਿਸ਼ ਦੇ ਵਿੱਚ ਲਾਇਸੈਂਸ ਕਰਨਾ ਚਾਹੁੰਦੇ ਆ। ਤੇ ਕਰਦੇ ਹਾਂ ਜੀ ਅੱਜ ਦਾ ਟੈਸਟ ਸਟਾਰਟ ਬਿਨਾਂ ਕਿਸੇ ਦੇਰੀ ਤੋਂ। ਫਸਟ ਕੁਐਸਚਨ ਹੈ ਜੀ ਸਾਡੇ ਕੋਲ, ਵਿਚ ਲੇਨ ਮਸਟ, ਕਿ ਕਿਹੜੀ ਲੇਨ ਸਾਨੂੰ ਜ਼ਰੂਰੀ ਹੈਗੀ ਹੈ ਨੋਰਮਲ ਤੌਰ 'ਤੇ ਬੀ ਯੂਜ਼ਡ, ਵਰਤਣੀ ਔਨ ਆ ਮੋਟਰਵੇ, ਇੱਕ ਮੋਟਰਵੇ ਦੇ ਉੱਪਰ, ਇਨ ਆ ਬਿਲਟ ਅਪ ਏਰੀਆ। ਬਿਲਟ ਅਪ ਏਰੀਆ ਮਤਲਬ ਇੱਕ ਰਿਹਾਇਸ਼ੀ ਏਰੀਏ ਦੇ ਅੰਦਰ। ਠੀਕ ਹੈ ਜੀ। ਆਪਸ਼ਨ ਕਹਿੰਦਾ ਦਾ ਰਾਈਟ ਹੈਂਡ ਲੇਨ ਔਰ the other lanes when traffic conditions make this advisable. B ਹੈ the right hand lane using the others only to overtake. ਤੇ C ਹੈ the lane with the least traffic. ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ A ਜੀ, ਕਿ ਆਪਾਂ ਰਾਈਟ ਹੈਂਡ ਲੇਨ ਯੂਜ਼ ਕਰਾਂਗੇ ਔਰ ਦਾ ਅਦਰ ਲੇਨਸ, ਲੇਕਿਨ ਬਾਕੀ ਦੀਆਂ ਜਿਹੜੀਆਂ ਲੇਨਸ ਹੈਗੀਆਂ ਵੈਨ ਦਾ ਟ੍ਰੈਫਿਕ ਕੰਡੀਸ਼ਨ, ਟ੍ਰੈਫਿਕ ਦੀ ਜਿਹੜੀ ਹਾਲਤ ਹੈਗੀ ਹੈ, ਮੇਕ ਦਿਸ ਐਡਵਾਈਸੇਬਲ, ਸਾਨੂੰ ਮਤਲਬ ਅਲਾਓ ਕਰਦੀ ਹੈ ਜਾਂ ਸਾਨੂੰ ਐਡਵਾਈਸ ਕਰਦੀ ਕਿ ਅਸੀਂ ਬਾਕੀ ਦੀਆਂ ਵਰਤੀਏ, ਤਾਂ ਅਸੀਂ ਬਾਕੀ ਦੀਆਂ ਵੀ ਵਰਤ ਸਕਦੇ ਹੈਗੇ ਹਾਂ। ਠੀਕ ਹੈ ਜੀ। ਤਾਂ ਇਸ ਕਰਕੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। 2 ਨੰਬਰ ਕੁਐਸਚਨ ਹੈ ਸਾਡੇ ਕੋਲ, ਆਰ ਆਲ ਡਰਾਈਵਰਸ ਅਫੈਕਟਡ ਇਕੁਅਲੀ, ਕਿ ਕੀ ਸਾਰੇ ਹੀ ਡਰਾਈਵਰ ਪ੍ਰਭਾਵਿਤ ਹੁੰਦੇ ਆ ਸਮਾਨ ਤੌਰ 'ਤੇ ਬਾਈ ਦਾ ਅਮਾਊਂਟ ਐਂਡ ਕੁਆਲਿਟੀ ਆਫ ਸਲੀਪ, ਜਿਹੜੀ ਕਿ ਆਪਾਂ ਮਾਤਰਾ ਦੇ ਵਿੱਚ ਨੀਂਦ ਲੈਂਦੇ ਹਾਂ ਜਾਂ ਜਿਸ ਤਰੀਕੇ ਜਿਸ ਕੁਆਲਿਟੀ ਦੀ ਸਲੀਪ ਲੈਂਦੇ ਹਾਂ ਉਹਦੇ ਨਾਲ, ਯੂਜ਼ ਆਫ ਮੈਡੀਕੇਸ਼ਨ, ਦਵਾਈਆਂ ਦੀ ਵਰਤੋਂ ਨਾਲ, ਔਰ ਮੋਨੋਟੋਨੀ ਇਨ ਦਾ ਡਰਾਈਵਿੰਗ, ਜਾਂ ਅਸੀਂ ਮਤਲਬ ਇੱਦਾਂ ਦੇ ਰੋਡ ਜਿੱਥੇ ਕਿ ਬਹੁਤ ਘੱਟ ਟ੍ਰੈਫਿਕ ਅਤੇ ਇੱਕ ਡਲ ਜਿਹਾ ਏਰੀਆ ਹੋਵੇ ਉਹਨੂੰ ਬੋਲਦੇ ਆ ਮੋਨੋਟੋਨੀ, ਜਾਂ ਇੱਦਾਂ ਦੇ ਏਰੀਆ ਵਿੱਚ ਜਦੋਂ ਡਰਾਈਵਿੰਗ ਕਰਦੇ ਹਾਂ। ਤਾਂ ਕਹਿੰਦਾ ਕਿ ਸਾਰੇ ਡਰਾਈਵਰ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਸਮਾਨ ਤੌਰ ਦੇ ਉੱਪਰ ਹੀ ਪ੍ਰਭਾਵਿਤ ਹੁੰਦੇ ਆ। ਤਾਂ ਆਪਸ਼ਨ ਏ ਕਹਿੰਦਾ ਯੈਸ, ਬੀ ਹੈਗਾ ਨੋ, ਅਤੇ ਸੀ ਹੈਗਾ ਯੈਸ ਐਕਸੈਪਟ ਫॉर ਯੂਜ਼ ਆਫ ਮੈਡੀਕੇਸ਼ਨ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਨਹੀਂ ਸਾਰੇ ਹੀ ਡਰਾਈਵਰ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਸਮਾਨ ਤੌਰ 'ਤੇ ਪ੍ਰਭਾਵਿਤ ਨਹੀਂ ਹੁੰਦੇ। ਠੀਕ ਹੈ ਜੀ। ਤਾਂ ਇਸ ਕਰਕੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। 3 ਨੰਬਰ ਕੁਐਸਚਨ ਹੈ ਸਾਡੇ ਕੋਲ, ਇਜ਼ ਇਟ ਡੇਂਜਰਸ ਟੂ ਡਰਾਈਵ ਵੈਨ ਟਾਇਰਡ, ਕਿ ਕੀ ਇਹ ਖਤਰਨਾਕ ਹੈਗਾ ਵਾ ਡਰਾਈਵਿੰਗ ਕਰਨਾ ਜਦੋਂ ਤੁਸੀਂ ਥੱਕੇ ਹੋਏ ਹੋ। ਆਪਸ਼ਨ ਇਹ ਕਹਿੰਦਾ ਦੇਰ ਇਜ਼ ਨੋ ਡੇਂਜਰ ਐਜ਼ ਸਲੀਪਿੰਗ ਇਜ਼ ਰਿਲੈਕਸਿੰਗ। ਬੀ ਹੈਗਾ ਯੈਸ ਬਿਕੋਜ਼ ਇਟ ਟੇਕਸ ਲੋਂਗਰ ਟੂ ਰਿਐਕਟ। ਅਤੇ ਸੀ ਹੈ ਦੇਰ ਇਜ਼ ਨੋ ਡੇਂਜਰ ਐਜ਼ ਡਰਾਈਵਿੰਗ ਇਜ਼ ਸਲੋਅਰ ਵੈਨ ਟਾਇਰਡ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਹਾਂ ਇਹ ਖਤਰਨਾਕ ਹੋ ਸਕਦਾ ਬਿਕੋਜ਼ ਇਟ ਟੇਕਸ ਲੋਂਗਰ ਟੂ ਰਿਐਕਟ, ਕਿਉਂਕਿ ਤੁਹਾਨੂੰ ਲੰਬਾ ਸਮਾਂ ਲੱਗੇਗਾ ਕਿਸੇ ਵੀ ਚੀਜ਼ ਦੇ ਲਈ ਰਿਐਕਟ ਕਰਨ ਦੇ ਲਈ, ਉਹਦੇ ਲਈ ਪ੍ਰਕਿਰਿਆ ਕਰਨ ਦੇ ਲਈ। ਠੀਕ ਹੈ ਜੀ। ਤਾਂ ਇਹਦਾ ਆਨਸਰ ਕਰਕੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਨੈਕਸਟ ਕੁਐਸਚਨ ਹੈ ਸਾਡੇ ਕੋਲ 4 ਨੰਬਰ, ਵਾਟ ਮਸਟ ਆ ਡਰਾਈਵਰ ਡੂ, ਇੱਕ ਡਰਾਈਵਰ ਨੂੰ ਕੀ ਕਰਨਾ ਚਾਹੀਦਾ ਹੈ ਸੋ ਦੈਟ ਅਦਰ ਡਰਾਈਵਰਸ, ਤਾਂ ਕਿ ਜਿਹੜੇ ਬਾਕੀ ਦੇ ਡਰਾਈਵਰਸ ਹੈਗੇ ਆ, ਕੈਨ ਐਂਟੀਸਪੇਟ, ਕੀ ਮਤਲਬ ਐਂਟੀਸਪੇਟ ਦਾ ਅੰਦਾਜ਼ਾ ਲਗਾਉਣਾ, ਹਿਜ਼ ਇੰਟੈਂਸ਼ਨ, ਉਹਦੀ ਮਨਸ਼ਾ ਜਾਂ ਉਹ ਕੀ ਚਾਹ ਰਿਹਾ ਹੈਗਾ ਉਹਦੇ ਬਾਰੇ। ਤਾਂ ਆਪਸ਼ਨ ਕਹਿੰਦਾ ਦਾ ਡਰਾਈਵਰ ਮਸਟ ਨਾਟ ਡੂ ਐਨੀਥਿੰਗ, ਦਾ ਅਦਰ ਡਰਾਈਵਰਸ ਮਸਟ ਵਾਚ ਹਿਜ਼ ਸਪੀਡ ਐਂਡ ਰੂਟ। ਬੀ ਹੈਗਾ ਆਲਵੇਜ਼ ਇੰਡੀਕੇਟ ਦਾ ਮੈਨਿਊਵਰਸ ਇਨ ਐਡਵਾਂਸ। ਅਤੇ ਸੀ ਹੈ ਰਿਮੇਨ ਇਨ ਦਾ ਬਲਾਈਂਡ ਸਪੋਟ ਆਫ ਦਾ ਰੀਅਰ ਵਿਊ ਮਿਰਰਸ ਆਫ ਦਾ ਅਦਰ ਵਹੀਕਲ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਆਲਵੇਜ਼ ਇੰਡੀਕੇਟ ਦਾ ਮੈਨਿਊਵਰਸ, ਕਿ ਹਮੇਸ਼ਾ ਹੀ ਇੰਡੀਕੇਟ ਕਰੋ, ਦੱਸੋ ਜਿਹੜੀ ਵੀ ਤੁਸੀਂ ਗਤੀਵਿਧੀ ਕਰਨੀ ਹੈ ਇਨ ਐਡਵਾਂਸ, ਐਡਵਾਂਸ ਦੇ ਵਿੱਚ ਮਤਲਬ ਕਿ ਪਹਿਲਾਂ ਤੋਂ ਹੀ। ਠੀਕ ਹੈ ਜੀ। ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 5 ਨੰਬਰ, ਇਜ਼ ਇਟ ਪਰਮਿਟਡ ਟੂ ਓਵਰਟੇਕ ਆ ਵਹੀਕਲ, ਕਿ ਕੀ ਸਾਨੂੰ ਆਗਿਆ ਹੈਗੀ ਹੈ ਓਵਰਟੇਕ ਕਰਨ ਦੀ ਇੱਕ ਵਹੀਕਲ ਨੂੰ ਇਨ ਦਾ ਲੈਫਟ ਲੇਨ, ਖੱਬੀ ਲੇਨ ਦੇ ਵਿੱਚ ਜੋ ਹੈ, ਔਨ ਦਾ ਰਾਈਟ ਤੋਂ, ਮਤਲਬ ਕਿ ਕੀ ਸਾਨੂੰ ਆਗਿਆ ਹੈਗੀ ਹੈ ਕਿ ਅਸੀਂ ਓਵਰਟੇਕ ਕਰ ਸਕੀਏ ਇੱਕ ਵਹੀਕਲ ਨੂੰ ਰਾਈਟ ਵਾਲੇ ਪਾਸਿਓਂ, ਜੋ ਕਿ ਖੱਬੀ ਲੇਨ ਦੇ ਵਿੱਚ ਇੱਕ ਵਹੀਕਲ ਹੈਗਾ ਉਸ ਨੂੰ। ਆਪਸ਼ਨ ਕਹਿੰਦਾ ਨੋ, ਆਲ ਓਵਰਟੇਕਿੰਗ ਇਜ਼ ਡਨ ਔਨ ਦਾ ਲੈਫਟ।
B ਹੈਗਾ yes if the lanes are clearly marked and in a built up area, ਤੇ C ਹੈ yes provided there are several lanes in the same direction। ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ B ਜੀ, ਕਿ ਹਾਂ if the lanes are clearly marked, ਕਿ ਅਗਰ lanes ਹੈ ਜਿਹੜੀਆਂ ਸਹੀ ਤਰੀਕੇ ਨਾਲ ਮਾਰਕ ਕੀਤੀਆਂ ਹੋਈਆਂ ਐਂਡ ਇਨ ਆ ਬਿਲਟ ਅਪ ਏਰੀਆ, ਔਰ ਉਹ ਜਿਹੜੀਆਂ ਲੇਨਸ ਹੈਗੀਆਂ ਜਾਂ ਉਹ ਰੋਡ ਹੈਗਾ ਵਾ ਉਹ ਇੱਕ ਰਿਹਾਇਸ਼ੀ ਏਰੀਏ ਦੇ ਵਿੱਚ ਹੈਗਾ, ਤਾਂ ਆਪਾਂ ਸੱਜੇ ਹੱਥ ਤੋਂ ਵੀ ਓਵਰਟੇਕ ਕਰ ਸਕਦੇ ਹਾਂ। ਠੀਕ ਹੈ ਜੀ, ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਨੈਕਸਟ ਕੁਐਸਚਨ ਹੈ ਸਾਡੇ ਕੋਲ ਦਾ ਸਾਈਨ ਰਿਕਮੈਂਡਸ ਆ ਸਪੀਡ, ਕਿ ਜਿਹੜਾ ਸਾਈਨ ਹੈ ਅਸੀਂ ਦੇਖ ਰਹੇ ਹਾਂ ਉਹ ਸਾਨੂੰ ਇੱਕ ਸਪੀਡ ਬਾਰੇ ਰਿਕਮੈਂਡ ਕਰ ਰਿਹਾ, ਸਾਨੂੰ ਸਲਾਹ ਦੇ ਰਿਹਾ ਹੈ ਬਿਟਵੀਨ ਦਾ ਫਿਗਰਸ ਇੰਡੀਕੇਟਡ, ਜੇ ਉਹ ਕਿ ਫਿਗਰਸ ਵਿੱਚ ਦੱਸਿਆ ਗਿਆ 70 ਤੋਂ ਮਤਲਬ 90 ਦੇ ਵਿੱਚ ਰੱਖਣ ਦੀ ਉਹ ਗੱਲ ਕਹਿ ਰਿਹਾ ਹੈ। ਤਾਂ ਆਪਸ਼ਨ ਇਹ ਕਹਿੰਦਾ ਇਨ ਅਨਫੇਵਰੇਬਲ ਵੈਦਰ ਔਰ ਐਨਵਾਇਰਮੈਂਟਲ ਕੰਡੀਸ਼ਨਸ, ਬੀ ਹੈਗਾ ਇਨ ਫੇਵਰੇਬਲ ਵੈਦਰ ਔਰ ਐਨਵਾਇਰਮੈਂਟਲ ਕੰਡੀਸ਼ਨਸ, ਅਤੇ ਸੀ ਹੈਗਾ ਇਨ ਐਨੀ ਸਰਕਮਸਟਾਂਸਿਸ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਆਪਾਂ ਇਹ ਸਪੀਡ ਇਨ ਫੇਵਰੇਬਲ ਵੈਦਰ ਮਤਲਬ ਕਿ ਸਹੀ ਮੌਸਮ ਔਰ ਐਨਵਾਇਰਮੈਂਟਲ ਕੰਡੀਸ਼ਨ ਮਤਲਬ ਕਿ ਸਹੀ ਵਾਤਾਵਰਨ ਦੇ ਵਿੱਚ ਯੂਜ਼ ਕਰਾਂਗੇ, ਵਰਤਾਂਗੇ। ਠੀਕ ਹੈ ਜੀ, ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਨੈਕਸਟ ਕੁਐਸਚਨ ਹੈ ਸਾਡੇ ਕੋਲ 7 ਨੰਬਰ, ਕੈਨ ਆ ਮਿਕਸਡ ਵਹੀਕਲ, ਕਿ ਕੀ ਇੱਕ ਮਿਕਸਡ ਵਹੀਕਲ ਜਿਹਦੇ ਵਿੱਚ ਕਿ ਇੱਕੋ ਹੀ ਸਮੇਂ 'ਤੇ ਲੋਕ ਅਤੇ ਨਾਲ ਸਮਾਨ ਲੈ ਕੇ ਜਾਇਆ ਜਾ ਸਕੇ, ਉਹਨਾਂ ਨੂੰ ਬੋਲਦੇ ਹਾਂ ਮਿਕਸਡ ਵਹੀਕਲ। ਕੈਰਿੰਗ ਓਨਲੀ ਦਾ ਡਰਾਈਵਰ, ਔਰ ਉਹ ਸਿਰਫ ਮਤਲਬ ਕੈਰੀ ਕਰਕੇ ਲੈ ਕੇ ਜਾ ਰਿਹਾ, ਸਿਰਫ ਇੱਕ ਓਨਲੀ ਅਤੇ ਓਨਲੀ ਡਰਾਈਵਰ ਉਹਦੇ ਵਿੱਚ। ਐਵਰ ਯੂਜ਼ ਅ ਹਾਈ ਆਕੂਪੈਂਸੀ ਵਹੀਕਲ ਲੇਨ, ਤਾਂ ਕੀ ਉਹ ਕਦੇ ਵੀ ਹਾਈ ਆਕੂਪੈਂਸੀ ਵਹੀਕਲ ਲੇਨ ਹੈ ਜਿਹੜੀ ਜਿਹਨੂੰ ਆਪਾਂ ਸ਼ਾਰਟ ਵਿੱਚ HOV ਲੇਨ ਵੀ ਬੋਲ ਦਿੰਦੇ ਹਾਂ, ਉਸ ਨੂੰ ਵਰਤ ਸਕਦਾ ਹੈ। ਆਪਸ਼ਨ ਇਹ ਕਹਿੰਦਾ ਨੋ ਇਟ ਮਸਟ ਕੈਰੀ ਦਾ ਮਿਨੀਮਮ ਨੰਬਰ ਆਫ ਪਰਸਨਸ ਐਸਟੈਬਲਿਸ਼ਡ, ਬੀ ਹੈਗਾ ਯੈਸ ਇਫ ਅ ਬਿਗਨਰ ਡਰਾਈਵਰ, ਅਤੇ ਸੀ ਹੈ ਯੈਸ ਇਫ ਦਾ ਵਹੀਕਲ ਕੈਰੀਜ਼ ਅ ਡਿਸੇਬਲਡ ਸਾਈਨ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ ਹਾਂ ਇਫ ਦਾ ਵਹੀਕਲ ਕੈਰੀਜ਼ ਅ ਡਿਸੇਬਲਡ ਸਾਈਨ, ਕਿ ਅਗਰ ਵਹੀਕਲ ਹੈ ਜਿਹੜਾ ਉਹ ਲੈ ਕੇ ਜਾ ਰਿਹਾ ਇੱਕ ਡਿਸੇਬਲ ਸਾਈਨ, ਤਾਂ ਉਹ ਇਸ ਲੇਨ ਨੂੰ ਉਹ ਵੀ ਵਰਤ ਸਕਦਾ ਹੈਗਾ ਵਾ। ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਨੈਕਸਟ ਕੁਐਸਚਨ ਹੈ ਸਾਡੇ ਕੋਲ 8 ਨੰਬਰ, ਹਾਊ ਮਸਟ ਯੂ ਪਾਰਕ ਇਨ ਅ ਸਟਰੀਟ, ਕਿ ਕਿੱਦਾਂ ਤੁਹਾਨੂੰ ਪਾਰਕ ਕਰਨਾ ਚਾਹੀਦਾ ਇੱਕ ਗਲੀ ਵਿੱਚ, ਇੱਕ ਸਟਰੀਟ ਵਿੱਚ, ਵਿਦ ਐਨ ਅਪਵਾਰਡ ਸਲੋਪ, ਜਿੱਥੇ ਕਿ ਰੋਡ ਹੈ ਜਿਹੜਾ ਜਾਂ ਸਟਰੀਟ ਹੈਗੀ ਹੈ ਉਹ ਚੜ੍ਹਾਈ ਵਾਲੀ ਹੈ, ਮਤਲਬ ਕਿ ਉੱਪਰ ਨੂੰ ਜਾ ਰਿਹਾ ਰੋਡ। ਆਪਸ਼ਨ ਹੈ ਕਹਿੰਦਾ ਪੁਟਿੰਗ ਔਨ ਦਾ ਪਾਰਕਿੰਗ ਬ੍ਰੇਕ, ਬੀ ਹੈਗਾ ਪੁਟਿੰਗ ਔਨ ਦਾ ਰਿਵਰਸ ਗੇਅਰ, ਅਤੇ ਸੀ ਹੈ ਪੁਟਿੰਗ ਔਨ ਦਾ ਪਾਰਕਿੰਗ ਬ੍ਰੇਕ ਐਂਡ ਦਾ ਫਸਟ ਗੇਅਰ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ ਅਗਰ ਆਪਾਂ ਚੜ੍ਹਾਈ 'ਤੇ ਗੱਡੀ ਖੜੀ ਕਰਾਂਗੇ ਤਾਂ ਆਪਾਂ ਪਾਰਕ ਬ੍ਰੇਕ ਅਤੇ ਨਾਲ ਦੀ ਨਾਲ ਫਸਟ ਗੇਅਰ ਨੂੰ ਯੂਜ਼ ਕਰਾਂਗੇ। ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਨੈਕਸਟ ਕੁਐਸਚਨ ਹੈ ਸਾਡੇ ਕੋਲ, ਹਾਊ ਮਸਟ ਆ ਵਹੀਕਲ ਟੋਇੰਗ ਆ ਲਾਈਟ ਟ੍ਰੇਲਰ, ਕਿ ਕਿੱਦਾਂ ਇੱਕ ਵਹੀਕਲ ਜੋ ਕਿ ਖਿੱਚ ਕੇ ਲੈ ਕੇ ਜਾ ਰਿਹਾ, ਟੋ ਕਰਕੇ ਲੈ ਕੇ ਜਾ ਰਿਹਾ ਇੱਕ ਲਾਈਟ ਟ੍ਰੇਲਰ, ਬੀ ਪਾਰਕਡ ਔਨ ਆ ਨੋਟਿਸੇਬਲ ਸਲੋਪ, ਉਹਨੂੰ ਪਾਰਕ ਕੀਤਾ ਜਾਏਗਾ ਇੱਕ ਨੋਟਿਸੇਬਲ ਸਲੋਪ, ਮਤਲਬ ਜਾਂ ਚੜ੍ਹਾਈ ਹੈ ਜਾਂ ਨਿਵਾਣ ਹੈਗੀ ਹੈ ਬਹੁਤ ਜ਼ਿਆਦਾ ਉਸ ਤਰ੍ਹਾਂ ਦੇ ਰੋਡ ਦੇ ਉੱਪਰ। ਤਾਂ ਆਪਸ਼ਨ ਇਹ ਕਹਿੰਦਾ ਓਨਲੀ ਵਿਦ ਦਾ ਹੈਂਡ ਬ੍ਰੇਕ ਔਨ, ਬੀ ਹੈ ਯੂਜ਼ਿੰਗ ਐਨੀ ਸੂਟੇਬਲ ਓਬਜੈਕਟ ਟੂ ਚੋਕ ਦਾ ਵਹੀਕਲ, ਅਤੇ ਸੀ ਹੈ ਵਿਦ ਚੋਕਸ ਔਰ ਵਿਦ ਦਾ ਡਰਾਈਵਿੰਗ ਵੀਲਸ ਰੈਸਟਿੰਗ ਅਗੇਂਸਟ ਦਾ ਕਰਬ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ ਅਸੀਂ ਚੋਕਸ ਵਰਤਾਂਗੇ, ਮਤਲਬ ਕਿ ਇੱਕ ਕਹਿ ਲਓ ਲੱਕੜ ਜਾਂ ਪਲਾਸਟਿਕ ਦਾ ਜਿਵੇਂ ਇੱਟ ਟਾਈਪ ਆਪਾਂ ਵਰਤ ਲੈਂਦੇ ਇੰਡੀਆ ਦੇ ਵਿੱਚ ਉਹ ਹੁੰਦਾ ਹੈਗਾ, ਤਾਂ ਉੱਦਾਂ ਦਾ ਇੱਕ ਚੀਜ਼ ਬਣੀ ਹੁੰਦੀ ਉਹਨੂੰ ਬੋਲਦੇ ਆ ਚੋਕਸ। ਤਾਂ ਉਹ ਕਹਿੰਦਾ ਆਪਾਂ ਲਗਾ ਦਾਂਗੇ ਟਾਇਰਾਂ ਦੇ ਨਾਲ ਤਾਂ ਕਿ ਗੱਡੀ ਰੜੇ ਨਾ ਇੱਧਰ ਉੱਧਰ, ਔਰ ਜਾਂ ਫਿਰ ਵਿਦ ਦਾ ਡਰਾਈਵਿੰਗ ਵੀਲਸ, ਜਿਹੜੇ ਡਰਾਈਵਿੰਗ ਵੀਲ ਹੈ ਸਾਡੇ ਮਤਲਬ ਰੈਸਟਿੰਗ ਅਗੇਂਸਟ ਦਾ ਕਰਬ, ਮਤਲਬ ਕਿ ਉਹਨਾਂ ਨੂੰ ਅਸੀਂ ਲਗਾ ਦਾਂਗੇ ਨਾਲ ਟੱਚ ਕਰਾ ਦਾਂਗੇ ਕਰਬ ਦੇ, ਹੈ ਨਾ, ਜਿਹੜਾ ਉੱਪਰ ਉੱਠਿਆ ਥੋੜ੍ਹਾ ਜਿਹਾ ਏਰੀਆ ਹੁੰਦਾ ਵਾ ਫੁੱਟਪਾਥ ਸ਼ੁਰੂ ਹੋਣ ਤੋਂ ਪਹਿਲਾਂ ਉਹਦੇ ਨਾਲ ਲਗਾ ਦਾਂਗੇ। ਤਾਂ ਇਸ ਕਰਕੇ ਸਾਨੂੰ ਜਦੋਂ ਵਹੀਕਲ ਦੇ ਪਿੱਛੇ ਟ੍ਰੇਲਰ ਲੱਗਾ ਅਸੀਂ ਉਹਨੂੰ ਇਸ ਤਰੀਕੇ ਨਾਲ ਪਾਰਕ ਕਰਾਂਗੇ। ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਨੈਕਸਟ ਕੁਐਸਚਨ ਹੈ ਸਾਡੇ ਕੋਲ, ਵੈਨ ਆਰ ਯੂ ਟਰਨਸ ਪ੍ਰੋਹਿਬਿਟਡ,
ਕਿ ਕਦੋਂ ਯੂ ਟਰਨ ਕਰਨ ਦੀ ਮਨਾਹੀ ਹੈਗੀ ਹੈ। ਆਪਸ਼ਨ ਹੈਗਾ ਵੈਨ ਇਟ ਇਜ਼ ਨਾਟ ਪੋਸੀਬਲ ਟੂ ਲੀਵ ਦਾ ਰੋਡ ਟੂ ਦਾ ਰਾਈਟ in order to make the turn. B ਹੈਗਾ when this may create a danger or obstruction for other road users. ਤੇ C ਹੈਗਾ on two-way roads. ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ B ਜੀ ਕਿ when this may create a danger ਕਿ ਜਦੋਂ ਇਹ ਤੁਹਾਡਾ ਯੂ ਟਰਨ ਹੈ ਜੋ ਉਹ ਖਤਰਾ ਪੈਦਾ ਕਰ ਸਕਦਾ ਔਰ obstruction ਮਤਲਬ ਕਿ ਰੁਕਾਵਟ ਕਰ ਸਕਦਾ ਫॉर ਅਦਰ ਰੋਡ ਯੂਜ਼ਰ ਜਿਹੜੇ ਬਾਕੀ ਦੇ ਰੋਡ ਨੂੰ ਵਰਤਣ ਵਾਲੇ ਹੈਗੇ ਆ ਉਹਨਾਂ ਦੇ ਲਈ ਤਾਂ ਯੂ ਟਰਨ ਦੀ ਸਾਨੂੰ ਮਨਾਹੀ ਹੋ ਜਾਂਦੀ ਹੈ ਕਿਸੇ ਵੀ ਰੋਡ ਦੇ ਉੱਪਰ ਕਰਨ ਦੀ। ਠੀਕ ਹੈ ਜੀ, ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਇੱਥੇ ਹੋ ਗਿਆ ਆਪਸ਼ਨ ਬੀ ਜੀ। ਨੈਕਸਟ ਕੁਐਸਚਨ ਹੈ ਸਾਡੇ ਕੋਲ ਵਿਚ ਫੈਕਟਰਸ ਮੇ ਕਾਜ਼ ਫੈਟੀਗ। ਕਿਹੜੇ ਮਤਲਬ ਫੈਕਟਰ ਹੈਗੇ ਆ, ਕਿਹੜੀਆਂ ਚੀਜ਼ਾਂ ਹੈਗੀਆਂ ਵਾ ਜਿਨ੍ਹਾਂ ਦੇ ਕਰਕੇ ਸਾਨੂੰ ਫੈਟੀਗ ਹੋ ਜਾਂਦੀ ਹੈ ਮਤਲਬ ਥਕਾਵਟ ਹੋ ਜਾਂਦੀ ਹੈ ਇਨ ਡਰਾਈਵਰ ਇੱਕ ਡਰਾਈਵਰ ਦੇ ਵਿੱਚ। ਆਪਸ਼ਨ ਏ ਕਹਿੰਦਾ ਐਡੀਕੁਏਟ ਵੈਂਟੀਲੇਸ਼ਨ ਐਂਡ ਲੈਕ ਆਫ ਕੰਫਰਟ। ਬੀ ਹੈਗਾ ਸਟ੍ਰੈਸ ਵਰੀਜ਼ ਔਰ ਐਕਸਕਲੂਸਿਵਲੀ ਲੌਂਗ ਪੀਰੀਅਡਸ ਆਫ ਡਰਾਈਵਿੰਗ। ਅਤੇ ਸੀ ਹੈ ਓਨਲੀ ਐਕਸਟਰਨਲ ਫੈਕਟਰਸ ਸੱਚ ਐਜ਼ ਰੋਡ ਹੈਵੀ ਟ੍ਰੈਫਿਕ ਔਰ ਦਾ ਵੈਦਰ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ ਕਿ ਸਟ੍ਰੈਸ ਮਤਲਬ ਕਿ ਤਣਾਅ, ਵਰੀਜ਼ ਮਤਲਬ ਚਿੰਤਾ ਔਰ ਜਾਂ ਫਿਰ ਐਕਸੈਸਿਵਲੀ ਲੌਂਗ ਪੀਰੀਅਡਸ ਆਫ ਡਰਾਈਵਿੰਗ ਕਿ ਬਹੁਤ ਹੀ ਜ਼ਿਆਦਾ ਲੰਬੇ ਸਮੇਂ ਤੱਕ ਡਰਾਈਵਿੰਗ ਕਰਨਾ, ਜਿਹੜੀਆਂ ਇਹ ਤਿੰਨ ਚੀਜ਼ਾਂ ਹੈਗੀਆਂ ਮਤਲਬ ਸਾਡੇ ਥਕਾਵਟ ਦਾ ਕਾਰਨ ਬਣ ਸਕਦੀਆਂ ਹਨ। ਠੀਕ ਹੈ ਜੀ, ਤਾਂ ਇਸ ਕਰਕੇ ਜਿਹੜਾ ਸਾਡਾ ਇੱਥੇ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਨੈਕਸਟ ਕੁਐਸਚਨ ਹੈ ਸਾਡੇ ਕੋਲ ਵਾਟ ਇਜ਼ ਦਾ ਸੇਫੈਸਟ ਅਲਕੋਹਲ ਲੈਵਲ ਕਿ ਸਭ ਤੋਂ ਸੁਰੱਖਿਅਤ ਜਿਹੜਾ ਅਲਕੋਹਲ ਦਾ ਲੈਵਲ ਹੈ ਫॉर ਡਰਾਈਵਿੰਗ ਦੇ ਲਈ ਉਹ ਕੀ ਹੈਗਾ। ਆਪਸ਼ਨ ਹੈ ਕਹਿੰਦਾ 0.0 ਮਿਲੀਗ੍ਰਾਮਸ ਪਰ ਲੀਟਰ ਆਫ ਅਲਕੋਹਲ ਇਨ ਦਾ ਬ੍ਰੈਥ। ਬੀ ਹੈਗਾ ਲੈਸ ਦੈਨ 0.5 ਗ੍ਰਾਮਸ ਪਰ ਲੀਟਰ ਇਨ ਦਾ ਬਲੱਡ। ਅਤੇ ਸੀ ਹੈ 0.15 ਮਿਲੀਗ੍ਰਾਮਸ ਪਰ ਲੀਟਰ ਇਨ ਦਾ ਬ੍ਰੈਥ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ ਕਿ 0.0 ਮਿਲੀਗ੍ਰਾਮ ਹੈ ਜਿਹੜਾ ਅਲਕੋਹਲ ਦਾ ਲੈਵਲ ਅਗਰ ਸਾਡੇ ਸਾਹ ਦੇ ਵਿੱਚ ਹੈਗਾ ਜਾਂ ਸਾਡੇ ਅੰਦਰ ਹੈਗਾ ਤਾਂ ਸਭ ਤੋਂ ਸੇਫਸਟ ਮੰਨਿਆ ਜਾਂਦਾ। ਅਗਰ ਅਸੀਂ ਸਿੰਪਲ ਸ਼ਬਦਾਂ 'ਚ ਕਹੀਏ ਤਾਂ ਮਤਲਬ ਕਿ ਡਰਾਈਵਰ ਨੇ ਡਰਿੰਕ ਨਾ ਕੀਤੀ ਹੋਵੇ, ਇਹਦਾ ਮਤਲਬ ਹੈਗਾ। ਠੀਕ ਹੈ, ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਸਿਗਨਲਿੰਗ ਇਜ਼ ਡਿਜ਼ਾਈਨਡ ਟੂ ਕਿ ਜੋ ਸਿਗਨਲ ਤਿਆਰ ਕੀਤੇ ਜਾਂਦੇ ਆ, ਡਿਜ਼ਾਈਨ ਕੀਤੇ ਜਾਂਦੇ ਆ, ਉਹਨਾਂ ਬਾਰੇ ਗੱਲ ਕਰ ਰਿਹਾ ਹੈ। ਆਪਸ਼ਨ ਹੈ ਕਹਿੰਦਾ ਵਾਰਨ, ਇਨਫਾਰਮ, ਆਰਡਰ ਔਰ ਰੈਗੂਲੇਟ ਦਾ ਕੰਡਕਟ ਆਫ ਰੋਡ ਯੂਜ਼ਰਸ। ਬੀ ਹੈਗਾ ਕਨਫਰਮ ਦਾ ਐਕਸੈਪਸ਼ਨਸ ਟੂ ਦਾ ਰੂਲਸ। ਅਤੇ ਸੀ ਹੈਗਾ ਕੰਪਲੀਮੈਂਟ ਦਾ ਰੂਲਸ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ ਕਿ ਸਾਨੂੰ ਵਾਰਨ ਕਰਨ ਦੇ ਲਈ ਮਤਲਬ ਕਿ ਚੇਤਾਵਨੀ ਦੇਣ ਦੇ ਲਈ, ਇਨਫੋਰਮ ਮਤਲਬ ਸਾਨੂੰ ਦੱਸਣ ਦੇ ਲਈ, ਆਰਡਰ ਔਰ ਰੈਗੂਲੇਟ ਮਤਲਬ ਕਿ ਸਾਨੂੰ ਇੱਕ ਤਰ੍ਹਾਂ ਆਰਡਰ ਵੀ ਦਿੰਦੇ ਆ ਔਰ ਰੈਗੂਲੇਟ ਮਤਲਬ ਨਿਯੰਤਰਣ ਕਰਨ ਦੇ ਲਈ, ਦਾ ਕੰਡਕਟ ਆਫ ਰੋਡ ਯੂਜ਼ਰ ਕਿ ਕਿੱਦਾਂ ਦਾ ਵਤੀਰਾ ਹੋਣਾ ਚਾਹੀਦਾ, ਕਿੱਦਾਂ ਮਤਲਬ ਕਿਸੇ ਨੂੰ ਰੋਡ ਦੇ ਉੱਪਰ ਚੱਲਣਾ ਚਾਹੀਦਾ ਹੈਗਾ। ਤਾਂ ਇਸ ਤਰੀਕੇ ਨਾਲ ਉਹ ਉਹਨਾਂ ਨੂੰ ਡਿਜ਼ਾਈਨ ਕੀਤਾ ਜਾਂਦਾ ਸਿਗਨਲਸ ਨੂੰ। ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਸਾਡੇ ਕੋਲ 14 ਨੰਬਰ ਇਫ ਵਾਈਲ ਡਰਾਈਵਿੰਗ ਕਿ ਜੇਕਰ ਤੁਸੀਂ ਡਰਾਈਵਿੰਗ ਕਰਦੇ ਹੋਏ ਯੂ ਬਿਗੇਨ ਟੂ ਫੀਲ ਸਲੀਪੀ, ਤੁਸੀਂ ਸ਼ੁਰੂ ਕਰ ਦਿੱਤਾ ਹੈ ਫੀਲ ਕਰਨਾ, ਮਹਿਸੂਸ ਕਰਨਾ ਨੀਂਦਰਾ, ਸਲੀਪੀਨੈਸ, ਯੂ ਮਸਟ ਤੁਹਾਨੂੰ ਚਾਹੀਦਾ ਹੈ। ਆਪਸ਼ਨ ਇਹ ਕਹਿੰਦਾ ਸਪੀਡ ਅਪ ਐਂਡ ਟਰਾਈ ਟੂ ਰੀਚ ਯੂਅਰ ਡੈਸਟੀਨੇਸ਼ਨ ਐਜ਼ ਸੂਨ ਐਜ਼ ਪੋਸੀਬਲ। ਬੀ ਹੈਗਾ ਪਾਰਕ ਦਾ ਵਹੀਕਲ ਇਨ ਐਨ authorized place and sleep। ਅਤੇ ਸੀ ਹੈ slow down and travel on the hard shoulder। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ ਕਿ ਪਾਰਕ ਦਾ ਵਹੀਕਲ ਗੱਡੀ ਨੂੰ ਪਾਰਕ ਕਰ ਲਓ ਇਨ ਐਨ ਆਥੋਰਾਈਜ਼ਡ ਪਲੇਸ ਮਤਲਬ ਕਿ ਜਿੱਥੇ ਕਿ ਤੁਸੀਂ ਸਹੀ ਤਰੀਕੇ ਨਾਲ ਜਾਂ ਵਧੀਆ ਆਪਣੀ ਜਗ੍ਹਾ 'ਤੇ ਪਾਰਕ ਕਰ ਸਕਦੇ ਹੋ, ਕੋਈ ਇੱਦਾਂ ਦੀ ਜਗ੍ਹਾ ਬਣੀ ਹੋਈ ਹੈ ਆਥੋਰਾਈਜ਼ਡ ਉੱਥੇ, ਐਂਡ ਸਲੀਪ ਔਰ ਨੀਂਦ ਕਰ ਲਓ। ਠੀਕ ਹੈ ਜੀ, ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਨੈਕਸਟ ਕੁਐਸਚਨ ਹੈ ਸਾਡੇ ਕੋਲ ਐਕਸੈਪਟ ਇਨ ਸਪੈਸ਼ਲ ਸਰਕਮਸਟਾਂਸਸ
ਸਪੈਸ਼ਲ ਸਰਕਮਸਟੈਂਸਸ ਮਤਲਬ ਕੁਝ ਖਾਸ ਹਾਲਾਤਾਂ ਦੇ ਵਿੱਚ, ਐਕਸੈਪਟ ਮਤਲਬ ਤੋਂ ਇਲਾਵਾ, ਕੁਝ ਖਾਸ ਹਾਲਾਤਾਂ ਤੋਂ ਇਲਾਵਾ। ਆਲ ਰੋਡ ਯੂਜ਼ਰਸ ਆਰ ਓਬਲੀਗੇਟਿਡ ਕਿ ਸਾਰੇ ਹੀ ਰੋਡ ਯੂਜ਼ਰ ਨੂੰ ਜ਼ਰੂਰੀ ਹੈਗਾ ਟੂ ਓਬੇ ਟ੍ਰੈਫਿਕ ਸਾਈਨਸ, ਟ੍ਰੈਫਿਕ ਸਾਈਨਸ ਨੂੰ ਮੰਨਣਾ। ਆਪਸ਼ਨ ਇਹ ਕਹਿੰਦਾ ਈਵਨ ਵੈਨ ਦੇ ਸੀਮ ਟੂ ਕੰਟਰਾਡਿਕਟ ਦਾ ਰੂਲਸ। ਬੀ ਹੈਗਾ ਈਵਨ ਵੈਨ ਦੇ ਆਰ ਨਾਟ ਔਨ ਦਾ ਰੋਡ that they are driving on, ਤੇ ਸੀ ਹੈਗਾ only when they do not contradict the rules। ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਇੱਥੋਂ ਤੱਕ ਕਿ ਈਵਨ ਮਤਲਬ ਇੱਥੋਂ ਤੱਕ ਕਿ when they seem ਸਾਨੂੰ ਪ੍ਰਤੀਤ ਹੁੰਦੇ ਆ, ਸਾਨੂੰ ਲੱਗਦੇ ਆ ਜਦੋਂ ਉਹ ਟੂ ਕੰਟਰਾਡਿਕਟ ਦਾ ਰੂਲਸ ਮਤਲਬ ਕਿ ਰੂਲਾਂ ਦੇ ਵਿਪਰੀਤ ਲੱਗਦੇ ਆ, ਤਾਂ ਵੀ ਸਾਨੂੰ ਜ਼ਰੂਰੀ ਹੈਗਾ ਟ੍ਰੈਫਿਕ ਸਾਈਨਸ ਨੂੰ ਮੰਨਣਾ। ਕਈ ਵਾਰੀ ਕੀ ਹੁੰਦਾ, ਸਾਨੂੰ ਲੱਗ ਰਿਹਾ ਹੁੰਦਾ ਕਿ ਨਹੀਂ ਇਹ ਸਾਈਨ ਇੱਥੇ ਨਹੀਂ ਹੋਣਾ ਚਾਹੀਦਾ ਸੀਗਾ, ਬਟ ਉਹਦਾ ਕਹਿਣ ਦਾ ਮਤਲਬ ਹੈ ਕਿ ਤਾਂ ਵੀ ਸਾਨੂੰ ਮੰਨਣਾ ਪਏਗਾ ਕਿਉਂਕਿ ਅਗਰ ਉੱਥੇ ਲੱਗਾ ਹੋਇਆ ਤਾਂ। ਠੀਕ ਹੈ, ਤਾਂ ਇਸ ਕਰਕੇ ਜਿਹੜਾ ਸਾਡਾ ਇੱਥੇ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਆਈ ਹੋਪ ਸੋ ਤੁਹਾਨੂੰ ਸਾਰੇ ਹੀ 15 ਕੁਐਸਚਨ ਵਧੀਆ ਤਰੀਕੇ ਨਾਲ ਸਮਝ ਆਏ ਹੋਣਗੇ। ਅਗਰ ਕੋਈ ਕੁਐਸਚਨ ਨਹੀਂ ਸਮਝ ਆਇਆ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਲਿਖ ਸਕਦੇ ਹੋ। ਮੈਂ ਟਰਾਈ ਕਰੂੰਗਾ ਨੈਕਸਟ ਵੀਡੀਓ ਦੇ ਵਿੱਚ ਉਹਨੂੰ ਕਲੀਅਰ ਕਰਨ ਦੀ ਦੁਬਾਰਾ ਤੋਂ। ਅਤੇ ਮਿਲਦੇ ਹਾਂ ਜੀ ਇੱਕ ਹੋਰ ਵੀਡੀਓ ਦੇ ਵਿੱਚ ਬਾਕੀ ਦੇ 15 ਕੁਐਸਚਨ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ ਜੀ।